सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सारे वधिया होवोगे। अज दी वीडियो विच असी चंडीगढ़ दे विच जिहड़ी सरकारी टीचरां दी जिहड़ियां वैकेंसीज आईयां सीगीआं उन्हां वैकेंसीज नूं तुसी ऑनलाइन किवें अप्लाई कर सकदे हो, इस वीडियो दे विच आपां उही समझण जा रहे हां कि तुसी स्टैप बाय स्टैप फार्म दे विच किहड़े ऑप्शन दे विच तुसी की कुछ फिल करना है जी। दोबारा तो जेकर मैं इन्हां वैकेंसीज बारे दसां तो इन्हां वैकेंसीज लई तुहाडे कोल बीएड की डिग्री होनी चाहिए है जी, तो ग्रैजुएशन की जी डिग्री हैगी है जी वो भी तुसी जरूर की होवे, ते नाल ही तुसी जिहड़ा सीटेट का जिहड़ा पेपर हैगा जी वो भी जरूर पास किया होवे। सो शुरू करते हैं अज दी अपनी वीडियो नूं। जेकर तुसी इस वीडियो नूं लास्ट तक वेखदे हो तुहानूं कैफे ते जाके ये फार्म फिल करने की कोई लोड़ नहीं पवेगी जी। तुसी आपदे फोन तो ही ये जिहड़ा फार्म है जी ये फिल कर सकते हो। वीडियो नूं शुरू करन तो पहलां जेकर तुसी अपने इस चैनल ते नवे हो, इस चैनल नूं तुसी हजे भी सबसक्राइब नहीं किया है तो प्लीज़ जिहड़ा सबसक्राइब वाला लाल बटन हैगा जी तुसी उहनूं जरूर प्रेस कर लिओ, क्योंकि असी इस तरह दियां इंटरस्टिंग एंड एजुकेशनल वीडियोज़ बनाते रहने हैं। सो शुरू करते हैं अज दी अपनी वीडियो नूं। सब तो पहलां तुसी जाना है जी गूगल ते तुसी सर्च करना है जी SSA चंडीगढ़। SSA चंडीगढ़ सर्च करन तो बाद तुसी इत्थे क्लिक करना हैगा जी ssachd.nic.in। ਇੱਥੇ ਤੁਹਾਨੂੰ ਪਹਿਲਾ ਲਿੰਕ ਵੇਖਣ ਨੂੰ ਮਿਲ ਰਿਹਾ ਹੈ ਜੀ, ਇੱਥੇ ਤੁਸੀਂ ਕਲਿੱਕ ਕਰ ਦਿਓ। ਜੇਕਰ ਆਪਾਂ ਵੈਕੈਂਸੀਜ਼ ਦੀ ਗੱਲ ਕਰੀਏ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਨਾ, ਇਹ ਕੁਝ 90 ਵੈਕੈਂਸੀਜ਼ ਸੀਗੀਆਂ ਜੀ, ਜਿਹਦੇ ਵਿੱਚ ਤੁਹਾਨੂੰ ਹਿੰਦੀ, ਪੰਜਾਬੀ, ਇੰਗਲਿਸ਼, ਮੈਥ, ਸਾਇੰਸ ਐਂਡ SST ਭਾਵ ਜਿਹੜੇ TGT ਦੇ ਜਿਹੜੇ 6 ਸਬਜੈਕਟਸ ਹੁੰਦੇ ਨੇ ਜੀ ਉਹ ਸਾਰੇ ਹੀ ਸਬਜੈਕਟਸ ਤੁਹਾਨੂੰ ਵੇਖਣ ਨੂੰ ਮਿਲਣਗੇ, ਜਿਹੜੇ ਕਿ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੋ। ਉਹ ਸਾਰੇ ਸਬਜੈਕਟ ਦੀਆਂ ਵੈਕੈਂਸੀਜ਼ ਇੱਥੇ ਆਈਆਂ ਨੇ ਜੀ, ਉਹਦੇ ਬਾਰੇ ਮੈਂ ਇੱਕ ਪਹਿਲਾਂ ਵੀਡੀਓ ਆਲਰੇਡੀ ਬਣਾ ਦਿੱਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਇਸ ਸਪੇਸ ਤੇ ਆ ਚੁੱਕੇ ਹੋ, ਹੁਣ ਤੁਸੀਂ ਇੱਥੇ ਕਲਿੱਕ ਕਰਨਾ ਹੈਗਾ ਜੀ ਰਿਕਰੂਟਮੈਂਟ ਤੇ। ਤੁਸੀਂ ਆਹ ਵਾਲੀ ਆਪਸ਼ਨ ਦੇ ਵਿੱਚ ਜਿੱਥੇ ਸਰਚ ਲਿਖਿਆ ਹੋਇਆ ਜੀ ਇਹਦੇ ਥੱਲੇ ਹੀ ਤੁਸੀਂ ਵੇਖ ਸਕਦੇ ਹੋ ਰਿਕਰੂਟਮੈਂਟ ਲਿਖਿਆ ਹੋਇਆ। ਰਿਕਰੂਟਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਹੀ ਪੇਜ ਓਪਨ ਹੁੰਦਾ ਹੈ ਜਿੱਥੇ ਲਿਖਿਆ ਹੋਇਆ ਲਾਲ ਜੇ ਕਲਰ ਦੇ ਵਿੱਚ ਨਿਊ ਲਿਖਿਆ ਹੋਵੇਗਾ ਜੀ। ਇੱਥੇ ਲਿਖਿਆ ਹੈ ਜੀ ਰਿਕਰੂਟਮੈਂਟ ਨੋਟਿਸ ਫॉर द पोस्ट ऑफ ट्रेन ग्रैजुएटेड टीचर्स, ਜਿਹੜੇ ਕਿ ਟ੍ਰੇਨ ਗ੍ਰੈਜੂਏਟ ਟੀਚਰਸ ਹੁੰਦੇ ਨੇ, TGT ਦੇ ਜਿਹੜੇ ਟੀਚਰਸ ਹੁੰਦੇ ਨੇ ਜੀ UT ਚੰਡੀਗੜ੍ਹ ਦੇ ਵਿੱਚ ਇੱਥੇ ਇਹਨਾਂ ਵੱਲੋਂ ਕੁਝ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਨੇ। ਤੁਸੀਂ ਇੱਥੇ ਕਲਿੱਕ ਕਰ ਦੇਣਾ ਹੈ। ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਜਿਹੜਾ ਇੱਥੇ ਪੇਜ ਹੈਗਾ ਜੀ ਇਹ ਓਪਨ ਹੋਵੇਗਾ, ਜਿੱਥੇ ਕੀ ਲਿਖਿਆ ਹੋਇਆ ਜੀ, ਜਿੱਥੇ ਲਿਖਿਆ ਹੋਇਆ ਕਿ ਰਿਕਰੂਟਮੈਂਟ ਨੋਟਿਸ, ਜਿਵੇਂ ਕਿ ਉਹੀ ਗੱਲ ਲਿਖੀ ਹੋਈ ਹੈ ਜਿਹੜੀ ਕਿ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਇਸ ਪੇਜ ਤੇ ਆਉਣ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੈ ਜੀ ਡਿਟੇਲ ਐਡਵਰਟਾਈਜ਼ਮੈਂਟ .pdf ਜਿਹੜਾ ਵੀ ਲਿਖਿਆ ਹੋਇਆ ਜੀ। ਇੱਥੇ ਤੁਸੀਂ ਜਦੋਂ ਕਲਿੱਕ ਕਰਦੇ ਹੋ ਤੁਹਾਡੇ ਸਾਹਮਣੇ ਉਹ ਵਾਲੀ ਜਿਹੜੀ PDF ਹੈਗੀ ਹੈ ਜੀ ਇਹ ਓਪਨ ਹੋ ਜਾਵੇਗੀ। ਇਹ ਓਪਨ ਹੋਣ ਤੋਂ ਬਾਅਦ ਤੁਸੀਂ ਇੱਥੇ ਇੱਕ ਲਿੰਕ ਵਿਖ ਰਿਹਾ ਹੋਵੇਗਾ ਜਿੱਥੇ ਲਿਖਿਆ ਹੋਇਆ online.ctestservices.com। ਇੱਥੇ ਤੁਸੀਂ ਕਲਿੱਕ ਕਰਨਾ ਹੈ ਜੀ। ਜਦੋਂ ਤੁਸੀਂ ਇੱਥੇ ਕਲਿੱਕ ਕਰ ਲੈਂਦੇ ਹੋ, ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਹ ਵੇਖ ਸਕਦੇ ਹੋ ਤੁਸੀਂ ਆਹ ਵਾਲਾ ਪੇਜ ਓਪਨ ਹੋਏਗਾ ਜੀ ਜਿੱਥੇ ਲਿਖਿਆ ਹੋਇਆ ਕਿ ਯੂਜ਼ਰ ਨੇਮ ਫਿਲ ਕਰੋ, पासवर्ड फिल करो, उस तो बाद तुसी लॉगिन कर लो, क्योंकि हजे तुसी लॉगिन तो किया नहीं होना, ना ही तुसी ID बनाई होगी। सो तुसी करोगे जी न्यू कैंडिडेट रजिस्ट्रेशन। न्यू कैंडिडेट रजिस्ट्रेशन ते जाके तुसी इत्थे जदों तुसी क्लिक करना है, इत्थे उही जरनल इन्फॉर्मेशन देती हुई है कि तुसी आप दी जिहड़ी फोटो हैगी है जी वो तुसी 100 KB तो घट रखनी है, जिहड़े तुहाडे सिग्नेचर हुंदे ने जी वो भी तुसी 50 KB तो घट रखने हैगे है जी। ये सारियां चीज़ें तुसी गूगल ते कर सकते हो या फिर तुसी एंड्रॉयड के प्ले स्टोर ते जाके भी कुछ ਇਹੋ ਜਿਹੀਆਂ ਐਪਸ ਆਉਂਦੀਆਂ ਨੇ ਜੀ ਜਿੱਥੇ ਤੁਸੀਂ ਇਹ ਫੋਟੋਆਂ ਨੇ ਇਹਨਾਂ ਦਾ ਜਿਹੜਾ ਸਾਈਜ਼ ਹੈਗਾ ਜੀ ਉਹ ਘਟਾ ਵਧਾ ਸਕਦੇ ਹੋ, ਕਿਉਂਕਿ ਇਹੀ ਫੋਟੋਆਂ ਤੁਹਾਡੇ ਇਸ ਫਾਰਮ ਦੇ ਵਿੱਚ ਅਪਲੋਡ ਹੋਣਗੀਆਂ। ਫਿਰ ਇੱਥੇ ਇਹਨਾਂ ਨੇ ਸਟੈਪ 1 ਦੇ ਵਿੱਚ ਦੱਸਿਆ ਹੋਇਆ ਪਹਿਲਾਂ ਤੁਸੀਂ ਬੇਸਿਕ ਇਨਫੋਰਮੇਸ਼ਨ ਆਪਦੇ ਬਾਰੇ ਦੱਸਣਾ ਹੈ, ਆਪਦੇ ਘਰਦਿਆਂ ਬਾਰੇ, ਆਪਦੀ ਅਕੈਡਮਿਕਸ ਬਾਰੇ, ਉਸ ਤੋਂ ਬਾਅਦ ਆਪ ਦਾ ਜਿਹੜਾ ਐਕਸਪੀਰੀਅੰਸ ਹੈਗਾ, ਕਿਉਂਕਿ ਕਈਆਂ ਕੋਲ ਐਕਸਪੀਰੀਅੰਸ ਨਹੀਂ ਹੋਊਗਾ ਤੇ ਉੱਥੇ ਨੋ ਵੀ ਕਰ ਸਕਦੇ ਨੇ। ਫਿਰ ਸਟੈਪ 2 ਦੇ ਵਿੱਚ ਤੁਸੀਂ ਸਬਮਿਟ ਕਰੋਗੇ, ਸੋ ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਫਿਰ ਉਸ ਤੋਂ ਬਾਅਦ ਤੁਸੀਂ ਲਾਸਟ ਤੇ ਜਦੋਂ ਫੀਸ ਪੇ ਕਰ ਦਿੰਦੇ ਹੋ ਉਸ ਤੋਂ ਬਾਅਦ ਇਹ ਫਾਰਮ ਭਰਿਆ ਜਾਣਾ ਹੈ। ਸੋ ਆਪਾਂ ਇੱਕ ਵਾਰ ਕਰ ਲੈਂਦੇ ਹਾਂ ਜੀ ਕਿ ਆਈ ਹੈਵ ਰੀਡ ਐਂਡ ਅੰਡਰਸਟੈਂਡ, ਕਿ ਮੈਂ ਸਾਰਾ ਕੁਝ ਪੜ੍ਹ ਲਿਆ ਹੈ ਤੇ ਹੁਣ ਆਪਾਂ ਰਜਿਸਟ੍ਰੇਸ਼ਨ ਕਰਨੀ ਹੈ। ਜਦੋਂ ਤੁਸੀਂ ਕਲਿੱਕ ਹੇਅਰ ਟੂ ਪ੍ਰੋਸੀਡ ਕਰਦੇ ਹੋ ਫਿਰ ਇਹ ਤੁਹਾਡੇ ਤੋਂ ਪੁੱਛਣਗੇ ਕਿ ਪੋਸਟ ਕਿਹੜੀ ਦੇ ਲਈ ਅਪਲਾਈ ਕਰਨਾ ਹੈ, ਜਿਵੇਂ ਕਿ ਇੱਥੇ ਹਿੰਦੀ ਲਈ ਅਪਲਾਈ ਕਰਨਾ ਹੈ, ਕੀ ਤੁਸੀਂ ਅੰਗਰੇਜ਼ੀ ਲਈ ਅਪਲਾਈ ਕਰਨਾ ਹੈ, ਪੰਜਾਬੀ ਲਈ, ਸਾਇੰਸ ਲਈ। ਸਾਇੰਸ ਅਤੇ ਮੈਡੀਕਲ ਵੀ ਲਿਖਿਆ ਹੋਇਆ। ਮੰਨ ਲਓ ਕੁਝ ਸਟੂਡੈਂਟ ਹੋਣਗੇ ਜਿਨ੍ਹਾਂ ਨੇ BSc ਮੈਡੀਕਲ ਦੇ ਥਰੂ ਕੀਤੀ ਹੋਊਗੀ, ਉਹਨਾਂ ਨੇ ਮੈਥ ਨਹੀਂ ਪੜ੍ਹਿਆ ਹੋਊਗਾ, ਸੋ ਉਹ ਇਹ ਵਾਲੀ ਆਪਸ਼ਨ ਤੇ ਜਾਣਗੇ। ਜਿਹੜੇ ਹੋਰ ਸਟੂਡੈਂਟ ਹੋਣਗੇ ਜੀ ਜਿਨ੍ਹਾਂ ਨੇ ਸਾਇੰਸ ਕੀਤੀ ਹੈ, BSc ਕੀਤੀ ਹੈ, ਬਟ ਉਹਨਾਂ ਨੇ ਨॉन ਮੈਡੀਕਲ ਭਾਵ ਮੈਥ ਵੀ ਕੀਤਾ ਹੋਇਆ, ਸੋ ਉਹ ਆਹ ਵਾਲੀ ਆਪਸ਼ਨ ਤੇ ਕਲਿੱਕ ਕਰਨਗੇ। ਉਸ ਤੋਂ ਬਾਅਦ ਮੈਥ ਐਂਡ ਸਾਇੰਸ, ਜਿਵੇਂ ਕਿ ਮੈਂ ਕਰ ਦੇਣਾ ਜੀ ਇੱਥੇ ਆਪਦਾ ਇੱਥੇ ਕਰ ਦੇਣਾ ਜੀ SST, ਠੀਕ ਹੈ ਜੀ। ਜਿਵੇਂ ਕਿ ਮੈਂ ਤਾਂ ਚਲੋ SST ਦਾ ਸਟੂਡੈਂਟ ਹੈ ਜੀ, ਸੋ ਇੱਥੇ ਮੈਂ SST ਕਰ ਦਿੱਤਾ।
ਇੱਥੇ ਮੈਂ ਆਪਦਾ ਇੱਥੇ ਤਾਂ ਇਹਨਾਂ ਨੇ ਵੈਸੇ ਫਸਟ ਨੇਮ ਲਿਖਿਆ ਹੋਇਆ, ਬਟ ਤੁਸੀਂ ਇੱਥੇ ਕੰਪਲੀਟ ਨੇਮ ਹੀ ਲਿਖਣਾ ਹੈਗਾ ਜੀ। ਜਿਵੇਂ ਮੈਂ ਇੱਥੇ ਆਪਦਾ ਨੇਮ ਲਿਖ ਦਊਂਗਾ ਜੀ, ਤੁਹਾਡਾ ਜਿਹੜਾ ਨੇਮ ਹੋਏਗਾ ਜੀ ਤੁਸੀਂ ਉਹ ਆਪਦਾ ਨੇਮ ਲਿਖ ਦਿਓ। ਫਿਰ ਉਸ ਤੋਂ ਬਾਅਦ ਤੁਸੀਂ ਆਪਦੀ ਇੱਥੇ ਈਮੇਲ ਆਈਡੀ ਫਿਲ ਕਰ ਦਿਓ, ਇੱਥੇ ਆਪਦਾ ਨੰਬਰ ਫਿਲ ਕਰ ਦਿਓ। ਜਿਹੜਾ ਪਾਸਵਰਡ ਤੁਸੀਂ ਰੱਖਣਾ ਹੈ, ਮੰਨ ਲਓ ਕਿ ਜਦੋਂ ਵੀ ਤੁਸੀਂ ਇੱਥੇ ਲੌਗਇਨ ਕਰਕੇ ਇਸ ਆਈਡੀ ਨੂੰ ਓਪਨ ਕਰੋਗੇ, ਉਹਦੇ ਲਈ ਤੁਸੀਂ ਕਿਹੜਾ ਪਾਸਵਰਡ ਰੱਖਣਾ ਹੈਗਾ ਜੀ, ਤੁਸੀਂ ਉਹ ਇੱਥੇ ਫਿਲ ਕਰ ਦਿਓ। ਉਹ ਫਿਲ ਕਰਨ ਤੋਂ ਬਾਅਦ ਉਹੀ ਪਾਸਵਰਡ ਦੁਬਾਰਾ ਫਿਲ ਕਰ ਦਿਓ। ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਕੈਪਚਾ ਵੇਖਣ ਨੂੰ ਮਿਲ ਰਿਹਾ ਹੈ ਜੀ, ਜਿਵੇਂ SFIF5RV, ਇਹ ਫਿਲ ਕਰ ਦਿੰਦੇ ਹੋ। ਫਿਰ ਇੱਥੇ ਤੁਸੀਂ ਰਜਿਸਟਰ ਕਰਨਾ ਹੈ। ਜਦੋਂ ਤੁਸੀਂ ਰਜਿਸਟਰ ਬਟਨ ਤੇ ਕਲਿੱਕ ਕਰਦੇ ਹੋ, ਤੁਸੀਂ ਇੱਥੇ ਜਿਹੜਾ ਨੰਬਰ ਫਿਲ ਕੀਤਾ ਹੋਏਗਾ ਤੇ ਜਿਹੜੀ ਈਮੇਲ ਆਈਡੀ ਫਿਲ ਕੀਤੀ ਹੋਏਗੀ, ਉਸ ਈਮੇਲ ਆਈਡੀ ਐਂਡ ਨੰਬਰ ਤੇ ਤੁਹਾਡਾ ਜਿਹੜਾ ਯੂਜ਼ਰ ਨੇਮ ਹੈਗਾ ਜੀ ਐਂਡ ਤੁਹਾਡਾ ਜਿਹੜਾ ਪਾਸਵਰਡ ਹੈਗਾ ਜੀ, ਉਹ ਇਹਨਾਂ ਵੱਲੋਂ ਈਮੇਲ ਕਰ ਦਿੱਤਾ ਜਾਏਗਾ ਤੇ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਜੀ ਉਹ ਕੰਪਲੀਟ ਹੋ ਜਾਵੇਗਾ। ਜਦੋਂ ਤੁਸੀਂ ਇਹ ਕੰਮ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡੇ ਤੋਂ ਕੀ ਪੁੱਛਿਆ ਜਾਏਗਾ, ਇਹਦੇ ਬਾਰੇ ਆਪਾਂ ਹੁਣ ਗੱਲ ਕਰ ਲੈਂਦੇ ਆ। ਮੈਂ ਤੁਹਾਡੇ ਲਈ ਪਹਿਲਾਂ ਹੀ ਇੱਕ PDF ਬਣਾ ਕੇ ਰੱਖੀ ਹੋਈ ਆ, ਕਿਉਂਕਿ ਇਹ ਜਿਹੜਾ ਫਾਰਮ ਹੈਗਾ ਜੀ ਮੈਂ ਪਹਿਲਾਂ ਹੀ ਫਿਲ ਕਰ ਲਿਆ ਸੀਗਾ, ਕਿਉਂਕਿ ਤੁਹਾਡਾ ਬਹੁਤਾ ਸਮਾਂ ਨਾ ਖਰਾਬ ਹੋਵੇ, ਜਿਹਦੇ ਕਰਕੇ ਕਿਉਂਕਿ ਮੈਂ ਤੁਹਾਨੂੰ ਜਸਟ ਇੱਕ ਡਿਟੇਲ ਹੀ ਸਮਝਾਉਣੀ ਆ ਕਿ ਤੁਸੀਂ ਇਹ ਜਿਹੜਾ ਫਾਰਮ ਹੈ ਜੀ ਉਹ ਫਿਲ ਕਰਨਾ ਕਿਵੇਂ ਹੈ। ਸੋ ਹੁਣ ਆਪਾਂ ਉਸ ਪੇਜ ਤੇ ਚੱਲਦੇ ਹਾਂ ਕਿ ਤੁਹਾਡੇ ਸਾਹਮਣੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰ ਲੈਣੇ ਹੋ, ਮੰਨ ਲਓ ਕਿ ਆਪਾਂ ਰਜਿਸਟ੍ਰੇਸ਼ਨ ਕਰ ਲਈ ਹੈ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਆਪਦਾ ਜਿਹੜਾ ਯੂਜ਼ਰ ਨੇਮ ਹੋਏਗਾ, ਜਿਹੜਾ ਕਿ ਤੁਹਾਡੇ ਨੰਬਰ ਤੇ ਸੈਂਡ ਕੀਤਾ ਹੋਣਾ ਜੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ, ਉਹ ਫਿਲ ਕਰ ਦਿਓ ਤੇ ਪਾਸਵਰਡ ਫਿਲ ਕਰ ਦਿਓ। ਇੱਥੇ ਲਿਖ ਦਿਓ ਜੀ I am not a robot। ਉਸ ਤੋਂ ਬਾਅਦ ਤੁਸੀਂ ਕਰਨਾ ਹੈ ਜੀ ਲੌਗਇਨ। ਲੌਗਇਨ ਕਰਨ ਤੋਂ ਬਾਅਦ ਤੁਸੀਂ ਕੀ ਕੁਝ ਕਰਨਾ ਹੈ ਜੀ, ਉਹਦੇ ਬਾਰੇ ਆਪਾਂ ਇੱਕ ਵਾਰ ਗੱਲ ਕਰ ਲੈਂਦੇ ਹਾਂ। ਜਦੋਂ ਤੁਸੀਂ ਲੌਗਇਨ ਕਰ ਲੈਂਦੇ ਹੋ ਜੀ, ਲੌਗਇਨ ਕਰਨ ਤੋਂ ਬਾਅਦ ਤੁਸੀਂ ਇੱਥੇ ਬੇਸਿਕ ਇਨਫੋ ਫਿਲ ਕਰਨੀ ਹੈ ਜੀ। ਜਦੋਂ ਤੁਸੀਂ ਬੇਸਿਕ ਇਨਫੋ ਫਿਲ ਕਰ ਲੈਂਦੇ ਹੋ, ਬੇਸਿਕ ਇਨਫੋ ਫਿਲ ਕਰਨ ਤੋਂ ਬਾਅਦ ਤੁਸੀਂ ਆਪਦੀ ਅਕੈਡਮਿਕ ਇਨਫੋਰਮੇਸ਼ਨ ਫਿਲ ਕਰਨੀ ਹੈ ਜੀ। ਉਸ ਤੋਂ ਬਾਅਦ ਐਕਸਪੀਰੀਅੰਸ ਇਨਫੋਰਮੇਸ਼ਨ ਫਿਲ ਕਰਨੀ ਹੈ। ਜੇਕਰ ਕੋਈ ਐਕਸਪੀਰੀਅੰਸ ਹੈ ਨਹੀਂ, ਤੁਸੀਂ ਉੱਥੇ ਨੋ ਦੀ ਵੀ ਆਪਸ਼ਨ ਹੋਊਗੀ ਜੀ, ਉਹ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰਕੇ ਆਪ ਦਾ ਜਿਹੜਾ ਰਜਿਸਟ੍ਰੇਸ਼ਨ ਫਾਰਮ ਹੈਗਾ ਜੀ ਇਹ ਤੁਸੀਂ ਫਿਲ ਕਰ ਸਕਦੇ ਹੋ ਤੇ ਪ੍ਰਿੰਟ ਆਊਟ ਵੀ ਕੱਢ ਸਕਦੇ ਹੋ। ਐਕਸਪੀਰੀਅੰਸ ਇਨਫੋ ਦੇ ਵਿੱਚ ਹੀ ਤੁਸੀਂ ਆਪ ਦਾ ਜਿਹੜਾ ਸੀਟੈਟ ਦਾ ਸਰਟੀਫਿਕੇਟ ਹੈਗਾ ਜੀ ਉਹ ਤੁਸੀਂ ਉੱਥੇ ਫਿਲ ਕਰਨਾ ਹੈਗਾ ਜੀ। ਸੋ ਆਪਾਂ ਉੱਥੇ ਵੀ ਚੱਲ ਜਾਂਦੇ ਆ ਕਿ ਤੁਹਾਨੂੰ ਵਿਖਾ ਦਿੰਨਾ ਮੈਂ ਤੁਸੀਂ ਉਹ ਕਿਵੇਂ ਫਿਲ ਕਰਨਾ ਹੈ। ਸੋ ਜਦੋਂ ਤੁਸੀਂ ਬੇਸਿਕ ਇਨਫੋਰਮੇਸ਼ਨ ਤੇ ਫਿਲ ਕਰਦੇ ਹੋ, ਉੱਥੇ ਤੁਹਾਡੇ ਤੋਂ ਪੁੱਛਿਆ ਜਾਏਗਾ, ਜਿਵੇਂ ਕਿ ਮੈਂ ਇੱਥੇ ਕਰਤਾ ਸੀਗਾ ਜੀ ਕਿ SST ਲਈ ਮੈਂ ਅਪਲਾਈ ਕਰ ਰਿਹਾ, ਠੀਕ ਹੈ ਜੀ। ਮੈਂ ਕਿਹਦੇ ਲਈ ਅਪਲਾਈ ਕਰ ਰਿਹਾ ਸੀਗਾ, ਮੈਂ SST ਲਈ ਅਪਲਾਈ ਕਰ ਰਿਹਾ ਸੀ। ਤੁਸੀਂ ਮੈਥ ਸਾਇੰਸ ਲਈ ਵੀ ਅਪਲਾਈ ਕਰ ਸਕਦੇ ਹੋ, ਜਿਹੜਾ ਵੀ ਤੁਹਾਡਾ ਸਬਜੈਕਟ ਹੋਇਆ। ਇੱਥੇ ਆਪਦੇ ਪਾਪਾ ਦਾ ਨਾਮ ਭਰ ਦਿਓ, ਜੋ ਵੀ ਤੁਹਾਡੇ ਫਾਦਰ ਸਾਹਿਬ ਦਾ ਨੇਮ ਹੋਊਗਾ। ਉਸ ਤੋਂ ਬਾਅਦ ਆਪਦੇ ਮਦਰ ਦਾ ਨੇਮ ਇੱਥੇ ਫਿਲ ਕਰ ਦਿਓ ਜੀ। ਥਰਡ ਆਪਸ਼ਨ ਦੇ ਵਿੱਚ ਤੁਸੀਂ ਆਪਦੀ ਜਿਹੜੀ ਨੈਸ਼ਨੈਲਿਟੀ ਹੈਗੀ ਜੀ, ਰਾਸ਼ਟਰਤਾ ਕਿਹੜੀ ਹੈਗੀ ਆ, ਜਿਵੇਂ ਮੈਂ ਇੱਥੇ ਫਿਲ ਕੀਤਾ ਹੈ ਇੰਡੀਅਨ, ਭਾਰਤੀ ਹੈਗੇ ਆ ਅਸੀਂ, ਤੁਸੀਂ ਇੱਥੇ ਭਾਰਤੀ ਫਿਲ ਕਰ ਦਿਓ। ਇੱਥੇ ਫਿਰ ਮੈਂ ਆਪਦੀ ਜਿਹੜੀ ਡੇਟ ਆਫ ਬਰਥ ਹੈਗੀ ਆ ਜੀ ਉਹ ਫਿਲ ਕੀਤੀ ਹੋਈ ਆ। ਉਹ ਫਿਲ ਕਰਨ ਤੋਂ ਬਾਅਦ ਤੁਹਾਡਾ ਮੈਰਿਟਲ ਸਟੇਟਸ ਕੀ ਹੈ, ਕਿ ਤੁਸੀਂ ਵਿਆਹੇ ਹੋ ਤੇ ਮੈਰਿਡ ਕਰ ਦਿਓ, ਜੇਕਰ ਨਹੀਂ ਵਿਆਹੇ ਤੇ ਤੁਸੀਂ ਅਨਮੈਰਿਡ ਕਰ ਦਿਓ। ਮੈਂ ਅਨਮੈਰਿਡ ਹਾਂ ਜੀ, ਜਿਹਦੇ ਕਰਕੇ ਮੈਂ ਇੱਥੇ ਅਨਮੈਰਿਡ ਤੇ ਕਲਿੱਕ ਕਰਤਾ। ਜੈਂਡਰ ਤੁਸੀਂ ਕਰ ਦਿਓ ਜੀ, ਜਿਵੇਂ ਕਿ ਮੈਂ ਇੱਥੇ ਮੇਲ ਕੀਤਾ ਹੋਇਆ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਆਧਾਰ ਨੰਬਰ ਹੈਗਾ ਜੀ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਧਾਰ ਨੰਬਰ ਫਿਲ ਕਰਨਾ, ਬਟ ਮੈਂ ਇੱਥੇ ਆਧਾਰ ਨੰਬਰ ਫਿਲ ਕੀਤਾ ਗਿਆ ਸੀਗਾ, ਬਟ ਪ੍ਰਾਈਵੇਸੀ ਕੰਸਰਨ ਕਰਕੇ ਮੈਂ ਇਹ ਨੰਬਰ ਹਾਈਡ ਕਰ ਦਿੱਤਾ ਹੈ। ਇੱਥੇ ਬਾਅਦ ਵਿੱਚ ਆਪ ਦਾ ਤੁਸੀਂ ਜਿਹੜਾ ਕੋਰਸਪੋਂਡੈਂਸ ਐਡਰੈਸ, ਜਿਵੇਂ ਕਿ ਮੈਂ ਇੱਥੇ ਸ਼੍ਰੀ ਮੁਕਤਸਰ ਸਾਹਿਬ ਫਿਲ ਕੀਤਾ ਹੋਇਆ। ਉਸ ਤੋਂ ਬਾਅਦ ਤੁਸੀਂ ਆਪ ਦੀ ਜਿਹੜੀ ਵੀ ਸਿਟੀ ਹੈਗੀ ਹੈ ਜੀ ਉਹ ਫਿਲ ਕਰ ਦਿਓ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਪਿਨ ਕੋਡ ਹੈਗਾ ਜੀ ਉਹ ਫਿਲ ਕਰ ਦਿਓ। ਵੈਸੇ ਕੋਈ ਜ਼ਰੂਰੀ ਨਹੀਂ ਦੋਸਤੋ, ਇੱਥੇ ਤੁਸੀਂ ਕੋਰਸਪੋਂਡੈਂਸ ਐਡਰੈਸ ਦੇ ਵਿੱਚ ਮੈਂ ਤਾਂ ਚਲੋ ਜ਼ਿਲ੍ਹੇ ਦਾ ਨਾਮ ਲਿਖਤਾ, ਤੁਸੀਂ ਆਪ ਦਾ ਪ੍ਰੋਪਰ ਐਡਰੈਸ ਹੀ ਫਿਲ ਕਰਿਓ। ਜੇਕਰ ਆਪਾਂ ਗੱਲ ਕਰੀਏ ਸਟੇਟ ਦੀ, ਇਹ ਤੁਸੀਂ ਸਟੇਟ ਫਿਲ ਕਰ ਦਿਓ, ਪੰਜਾਬ ਸਟੇਟ ਦੇ ਵਿੱਚ ਹੀ ਇਹ ਜ਼ਿਲ੍ਹੇ ਪੈਂਦੇ ਨੇ ਜੀ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਜ਼ਿਲ੍ਹਾ ਹੈਗਾ ਜੀ ਉਹ ਫਿਲ ਕਰ ਦਿਓ। ਇੱਥੇ ਲਿਖਿਆ ਹੋਇਆ ਪਲੀਜ਼ ਟੇਕ ਇਫ ਪਰਮਾਨੈਂਟ ਐਡਰੈਸ ਇਜ਼ ਸੇਮ ਐਸ ਕੋਰਸਪੋਂਡੈਂਸ ਐਡਰੈਸ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਕੋਰਸਪੋਂਡੈਂਸ ਜਿੱਥੇ ਤੁਸੀਂ ਰਹਿ ਰਹੇ ਹੋ ਤੇ ਜਿਹੜੇ ਐਡਰੈਸ ਤੁਹਾਡਾ ਪਰਮਾਨੈਂਟ ਹੈਗਾ ਜੀ ਉਹ ਸੇਮ ਹੈ, ਤੇ ਉਹ ਤੁਸੀਂ ਇੱਥੇ ਟਿਕ ਕਰ ਦਿਓ। ਜਿਵੇਂ ਕਿ ਮੇਰਾ ਸੇਮ ਸੀ, ਕਿਉਂਕਿ ਮੈਂ ਜਿੱਥੇ ਰਹਿ ਰਿਹਾ ਤੇ ਜਿੱਥੇ ਜਿਹੜਾ ਮੇਰਾ ਪਰਮਾਨੈਂਟ ਐਡਰੈਸ ਹੈਗਾ ਤੇ ਕੋਰਸਪੋਂਡੈਂਸ ਐਡਰੈਸ ਹੈਗਾ ਜੀ, ਇਹ ਮੈਂ ਇੱਥੇ ਕਲਿੱਕ ਕਰ ਦਿੱਤਾ। ਜੇਕਰ ਡਿਫਰੈਂਟ ਹੈ, ਮੰਨ ਲਓ ਕਿ ਤੁਸੀਂ ਰਹਿ ਕਿਤੇ ਹੋਰ ਰਹੇ ਹੋ ਤੇ ਤੁਸੀਂ ਇੱਥੇ ਕੋਈ ਹੋਰ ਐਡਰੈਸ ਫਿਲ ਕਰਨਾ ਹੈ ਤੇ ਪਰਮਾਨੈਂਟ ਐਡਰੈਸ ਦੇ ਵਿੱਚ ਕੋਈ ਹੋਰ ਫਿਲ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਮੋਬਾਈਲ ਨੰਬਰ ਹੈਗਾ ਜੀ ਤੁਸੀਂ ਉਹ ਇੱਥੇ ਫਿਲ ਕਰ ਦਿਓ। ਉਹ ਫਿਲ ਕਰਨ ਤੋਂ ਬਾਅਦ ਤੁਸੀਂ ਆਪ ਦੀ ਜਿਹੜੀ ਤੁਹਾਡੀ ਈਮੇਲ ਆਈਡੀ ਹੋਏਗੀ ਜੀ, ਇਹ ਪਹਿਲਾਂ ਹੀ ਇਹਨਾਂ ਨੇ ਲਿਖੀ ਹੋਣੀ ਆ ਤੇ ਈਮੇਲ ਨੰਬਰ ਵੀ ਪਹਿਲਾਂ ਹੀ ਲਿਖਿਆ ਹੋਏਗਾ, ਕਿਉਂਕਿ ਫਿਰ ਹੀ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਜੀ ਕੰਪਲੀਟ ਹੋਈ ਆ। ਉਸ ਤੋਂ ਬਾਅਦ ਤੁਸੀਂ ਆਪ ਦੀ ਇੱਥੇ ਕੈਟੇਗਰੀ ਫਿਲ ਕਰ ਦਿਓ। ਉਸ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਹੈ ਵੈਦਰ ਬਿਲੋਂਗ ਟੂ ਦ ਪਰਸਨ ਵਿਦ ਡਿਸੇਬਿਲਿਟੀ, ਕੀ ਤੁਸੀਂ PWD ਕੈਟੇਗਰੀ ਤੋਂ ਬਿਲੋਂਗ ਕਰਦੇ ਹੋ। ਯੈਸ ਜੇਕਰ ਕਰਦੇ ਹੋ ਤਾਂ ਯੈਸ ਕਰ ਦਿਓ, ਨਹੀਂ ਕਰਦੇ ਤੇ ਨੋ ਕਰ ਦਿਓ। ਜਿਹੜੇ ਕਿ ਕੈਂਡੀਡੇਟ ਜਿਹੜੇ ਜਿਨ੍ਹਾਂ ਦਾ ਕਹਿ ਸਕਦੇ ਆ ਕੋਈ ਅੰਗ ਨਹੀਂ ਹੁੰਦਾ ਜਾਂ ਫਿਰ ਕਹਿ ਸਕਦੇ ਆ ਫਿਜ਼ੀਕਲੀ ਹੈਂਡੀਕੈਪਡ ਹੁੰਦੇ ਨੇ ਜੀ, ਕਿਉਂਕਿ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਦੀ ਇੱਥੇ ਕੋਈ ਫੀਸ ਨਹੀਂ ਲੱਗੇਗੀ। ਸੋ ਜਿਹਦੇ ਕਰਕੇ ਇੱਥੇ ਪੁੱਛ ਰਹੇ ਨੇ 13ਵੇਂ ਨੰਬਰ ਤੇ ਤੁਹਾਨੂੰ ਪੁੱਛ ਰਹੇ ਆ whether you are ex serviceman, ਮੈਂ ਤਾਂ ਨਹੀਂ ਹੈਗਾ ਜੀ, ਇੱਥੇ ਮੈਂ ਨੋ ਕਰ ਦਿੱਤਾ ਹੈ। is relaxation being claimed if you give details, ਕੀ ਤੁਸੀਂ ਕੋਈ ਏਜ ਰਿਲੈਕਸੇਸ਼ਨ ਲਈ ਹੈ। ਮੰਨ ਲਓ ਕਿ ਤੁਸੀਂ SC ਕੈਟੇਗਰੀ ਨੂੰ ਬਿਲੋਂਗ ਕਰਦੇ ਸੀ ਤੇ ਤੁਹਾਡੀ ਏਜ ਹੈਗੀ 38,
ਤੇ ਇਹਨਾਂ ਵੱਲੋਂ ਜਿਹੜੀ ਮੈਕਸਿਮਮ ਏਜ ਦੱਸੀ ਗਈ ਹੈ ਉਹ ਤਾਂ ਹੈਗੀ ਆ 37 ਸਾਲ, ਬਟ ਤੁਸੀਂ ਹੈਗੇ ਹੋ 38 ਸਾਲ ਦੇ, ਬਟ ਫਿਰ ਵੀ ਤੁਸੀਂ ਇਹ ਫਾਰਮ ਫਿਲ ਕਰ ਰਹੇ ਹੋ, ਮਤਲਬ ਕਿ ਤੁਸੀਂ ਏਜ ਰਿਲੈਕਸੇਸ਼ਨ ਲੈ ਰਹੇ ਹੋ, ਕਿਉਂਕਿ ਕੈਟੇਗਰੀ ਵਾਲੇ ਸਟੂਡੈਂਟ ਨੂੰ 5 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ। ਜੇਕਰ ਲੈ ਰਹੇ ਹੋ ਫਿਰ ਕਰ ਦਿਓ ਯੈਸ, ਮੈਂ ਨਹੀਂ ਲੈ ਰਿਹਾ ਕਿਉਂਕਿ ਮੈਂ ਇਹ ਜਿਹੜਾ ਫਾਰਮ ਹੈਗਾ ਜੀ ਸਿਰਫ ਤੁਹਾਡੇ ਲਈ ਹੀ ਫਿਲ ਕਰ ਰਿਹਾ, ਸੋ ਤੁਹਾਨੂੰ ਸਮਝਾਉਣ ਲਈ, ਸੋ ਮੈਂ ਇੱਥੇ ਨੋ ਕਰ ਦਿੱਤਾ ਹੈ। 15ਵੇਂ ਨੰਬਰ ਤੇ ਤੁਹਾਨੂੰ ਪੁੱਛ ਰਿਹਾ ਹੈ ਕਿ ਡੂ ਯੂ ਪੋਜ਼ਿਸ ਦ ਐਸੈਂਸ਼ੀਅਲ ਕੁਆਲੀਫਿਕੇਸ਼ਨ ਐਜ਼ ਮੈਂਸ਼ਨਡ ਇਨ ਦ ਐਡਵਰਟਾਈਜ਼ਮੈਂਟ, ਕਿ ਤੁਸੀਂ ਇਹ ਜੌਬ ਲੈਣ ਲਈ ਕੀ ਤੁਹਾਡੇ ਕੋਲ ਪ੍ਰੋਪਰ ਕੁਆਲੀਫਿਕੇਸ਼ਨ ਹੈਗੀ ਹੈ, ਕੀ ਤੁਸੀਂ ਬੀਐਡ ਕੀਤੀ ਹੋਈ ਹੈ, ਕੀ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੈ, ਮੇਰੇ ਕੋਲ ਤਾਂ ਹੈਗੀ ਹੈ ਜੀ, ਸੋ ਇੱਥੇ ਮੈਂ ਕਰ ਦਿੱਤਾ ਹੈ ਯੈਸ 15ਵੇਂ ਨੰਬਰ ਤੇ। 16ਵੇਂ ਨੰਬਰ ਤੇ ਤੁਹਾਨੂੰ ਪੁੱਛਣਗੇ ਡੂ ਯੂ ਪੋਜ਼ਿਸ ਦ ਐਕਸਪੀਰੀਅੰਸ ਐਜ਼ ਇੰਡੀਕੇਟਡ ਇਨ ਦ ਐਡਵਰਟਾਈਜ਼ਮੈਂਟ, ਕੀ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ, ਮੈਂ ਇੱਥੇ ਕਰਤਾ ਜੀ ਕਿ ਨਹੀਂ, ਮੇਰੇ ਕੋਲ ਤਾਂ ਕੋਈ ਐਕਸਪੀਰੀਅੰਸ ਹੈ ਨਹੀਂ, ਸੋ ਜਿਹਦੇ ਕਰਕੇ ਮੈਂ ਇੱਥੇ ਨੋ ਦੀ ਆਪਸ਼ਨ ਫਿਲ ਕੀਤੀ ਹੈ। ਵੈਦਰ ਐਪਲੀਕੇਸ਼ਨ ਰੂਟ ਥਰੂ ਪ੍ਰੋਪਰ ਚੈਨਲ, ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਦੇ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਆ। ਕੁਝ ਇਹੋ ਜਿਹੇ ਕੈਂਡੀਡੇਟ ਵੀ ਹੋ ਸਕਦੇ ਨੇ ਜਿਹੜੇ ਕਿ ਕਿਸੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋਣਗੇ, ਸੋ ਕੀ ਉਹਨਾਂ ਨੇ ਕੋਈ ਪਰਮਿਸ਼ਨ ਲਈ ਹੈਗੀ ਆਪਦੇ ਡਿਪਾਰਟਮੈਂਟ ਨੂੰ, ਕਿ ਤੁਹਾਡੇ ਡਿਪਾਰਟਮੈਂਟ ਨੂੰ ਪਤਾ ਹੈ, ਸੋ ਮੈਂ ਇੱਥੇ ਜਸਟ ਵੈਸੇ ਹੀ ਨਾਟ ਐਪਲੀਕੇਬਲ ਕਰ ਦਿੱਤਾ ਹੈ। ਇੱਥੇ ਤੁਸੀਂ ਯੈਸ ਜਾਂ ਨੋ ਕਰ ਦਿਓ ਆਪਦੀ ਸਿਚੁਏਸ਼ਨ ਦੇ ਅਕੋਰਡਿੰਗ, ਜੇਕਰ ਤੁਹਾਡੇ ਡਿਪਾਰਟਮੈਂਟ ਨੂੰ ਪਤਾ ਹੈ ਤੇ ਫਿਰ ਤੁਸੀਂ ਨੋ ਕਰ ਦਿਓ, ਅਦਰਵਾਈਜ਼ ਯੈਸ ਕਰ ਦਿਓ ਜਾਂ ਫਿਰ ਨਾਟ ਐਪਲੀਕੇਬਲ ਕਰ ਦਿਓ। ਬਟ ਇਹਦਾ ਮਤਲਬ ਇਹੀ ਹੈ ਜੇਕਰ ਤੁਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਹੈਗੇ ਹੋ, ਉਹਨਾਂ ਨੂੰ ਪਤਾ ਹੈ ਤਾਂ ਤੁਸੀਂ ਯੈਸ ਕਰ ਦਿਓ, ਜੇਕਰ ਨਹੀਂ ਪਤਾ ਤੇ ਨੋ ਕਰ ਦਿਓ। 18ਵੇਂ ਨੰਬਰ ਤੇ ਪੁੱਛ ਰਹੇ ਆ ਕਿ ਤੁਹਾਡੇ ਕੋਲ ਕੰਪਿਊਟਰ ਦੀ ਐਪਲੀਕੇਸ਼ਨ ਦੀ ਨੌਲੇਜ ਹੈਗੀ ਆ, ਨੌਲੇਜ ਅਬਾਊਟ ਕੰਪਿਊਟਰ ਐਪਲੀਕੇਸ਼ਨਸ, ਮੈਨੂੰ ਤਾਂ ਹੈਗੀ ਆ, ਜਿਹਦੇ ਕਰਕੇ ਮੈਂ ਇੱਥੇ ਯੈਸ ਕਰ ਦਿੱਤਾ ਹੈ, ਤੁਸੀਂ ਵੀ ਯੈਸ ਹੀ ਕਰਿਓ। ਮੀਡੀਅਮ ਆਫ ਕੁਐਸਚਨਸ ਪੇਪਰ, ਕਿ ਜਿਹੜਾ ਤੁਹਾਨੂੰ ਕੁਐਸਚਨ ਪੇਪਰ ਆਉਣਾ ਹੈ ਵੀ ਉਹ ਕਿਹੜਾ ਮੀਡੀਅਮ ਤੁਹਾਨੂੰ ਚਾਹੀਦਾ ਹੈ, ਹਿੰਦੀ ਜਾਂ ਫਿਰ ਪੰਜਾਬੀ। ਇੰਗਲਿਸ਼ ਵਿੱਚ ਤਾਂ ਓਬਵੀਅਸ ਜੀ ਗੱਲ ਹੋਊਗਾ ਹੀ ਹੋਊਗਾ, ਬਟ ਇਸ ਦੇ ਨਾਲ ਤੁਹਾਨੂੰ ਹਿੰਦੀ ਜਾਂ ਫਿਰ ਪੰਜਾਬੀ 'ਚ ਕੁਐਸਚਨ ਪੇਪਰ ਚਾਹੀਦਾ ਹੈ। ਮੈਂ ਇੱਥੇ ਕਰ ਦਿੱਤਾ ਜੀ ਮੈਨੂੰ ਚਾਹੀਦਾ ਹੈ ਕੁਐਸਚਨ ਪੇਪਰ ਪੰਜਾਬੀ ਵਿੱਚ। ਪੰਜਾਬੀ ਵਿੱਚ ਟਿਕ ਕਰਨ ਤੋਂ ਬਾਅਦ 20th ਨੰਬਰ ਤੇ ਤੁਹਾਨੂੰ ਪੁੱਛ ਰਹੇ ਆ ਕਿ ਹੈਵ ਯੂ ਅਪਲਾਈਡ ਫॉर ਐਨੀ ਅਦਰ TGT ਪੋਸਟ, ਕੀ ਤੁਸੀਂ ਹੋਰ ਵੀ TGT ਪੋਸਟ ਲਈ ਅਪਲਾਈ ਕੀਤਾ ਹੈਗਾ, ਕਿ ਜਿਹਦੇ ਵਿੱਚ ਲਿਖਿਆ ਹੋਇਆ ਕਰੰਟ ਰਿਕਰੂਟਮੈਂਟ ਪ੍ਰੋਸੈਸ ਬਾਈ ਸਮਗਰ ਸਿੱਖਿਆ, ਯੈਸ ਨੋ ਜਿਵੇਂ ਵੀ ਤੁਸੀਂ ਵੇਖ ਲਿਓ। ਮਤਲਬ ਮੰਨ ਲਓ ਕਿ ਕੋਈ ਇਹੋ ਜਿਹਾ ਸਟੂਡੈਂਟ ਹੋਊਗਾ ਜਿਹਨੇ ਮੈਥ ਲਈ ਵੀ ਅਪਲਾਈ ਕੀਤਾ ਹੋਊਗਾ ਤੇ ਸਾਇੰਸ ਲਈ ਵੀ ਅਪਲਾਈ ਕੀਤਾ ਹੋਣਾ ਆ, ਫਿਰ ਤੁਸੀਂ ਇੱਥੇ ਜੇ ਕੀਤਾ ਹੋਇਆ ਤੇ ਫਿਰ ਤੁਹਾਨੂੰ ਇੱਥੇ ਯੈਸ ਹੀ ਕਰਨਾ ਪਊਗਾ, ਸੋ ਇੱਥੇ ਤੁਸੀਂ ਯੈਸ ਨੋ ਜਿਵੇਂ ਵੀ ਤੁਹਾਨੂੰ ਲੱਗਿਆ ਉਹ ਤੁਸੀਂ ਕਰ ਦਿਓ। ਇਹ ਕਰਨ ਤੋਂ ਬਾਅਦ ਤੁਸੀਂ ਆਪਦੀ ਇੱਕ ਜਿਹੜੀ ਫੋਟੋ ਹੈਗੀ ਆ ਸਾਈਡ ਤੇ ਤੁਹਾਨੂੰ ਫੋਟੋ ਐਂਡ ਸਿਗਨੇਚਰ ਵੀ ਅਪਲੋਡ ਕਰਨੇ ਪੈਣੇ ਆ, ਕਿਉਂਕਿ ਇਹ ਜਿਹੜੀਆਂ ਫੋਟੋ ਸੀਗੀਆਂ ਜੀ ਮੈਂ ਪਹਿਲਾਂ ਹੀ ਇਹਨਾਂ ਦਾ ਜਿਹੜਾ ਸਾਈਜ਼ ਹੈਗਾ ਜੀ ਘਟਾ ਲਿਆ ਸੀਗਾ। ਤੁਸੀਂ ਗੂਗਲ ਤੇ ਜਾ ਕੇ ਵੀ ਤੁਸੀਂ ਇਹਨਾਂ ਦਾ ਜਿਹੜਾ ਸਾਈਜ਼ ਹੈਗਾ ਘਟਾ ਸਕਦੇ ਹੋ। ਗੂਗਲ ਤੇ ਤੁਸੀਂ ਸਿੰਪਲੀ ਸਰਚ ਕਰਨਾ ਹੈਗਾ ਜੀ ਕਿ ਰਿਡਿਊਸ ਇਮੇਜ ਸਾਈਜ਼ ਇਨ KB, ਬਸ ਤੁਸੀਂ ਇੰਨਾ ਸਰਚ ਕਰਿਓ ਜੀ, ਕਾਫੀ ਸਾਰੀਆਂ ਵੈਬਸਾਈਟ ਆ ਜਾਣਗੀਆਂ, ਉੱਥੇ ਫੋਟੋ ਨੂੰ ਅਪਲੋਡ ਕਰਿਓ ਤੇ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਉਹਨੂੰ ਤੁਸੀਂ ਉੱਥੋਂ ਘਟਾ ਸਕਦੇ ਹੋ। ਇਹ ਜਿਹੜੀਆਂ ਫੋਟੋਜ਼ ਨੇ ਜੀ ਇਹ ਮੈਂ ਸਾਰੀਆਂ ਹੀ ਫੋਨ ਤੋਂ ਹੀ ਖਿੱਚੀਆਂ ਨੇ ਤੇ ਫੋਨ ਤੋਂ ਹੀ ਅਪਲੋਡ ਕੀਤੀਆਂ ਸੀਗੀਆਂ, ਤੁਹਾਨੂੰ ਸਮਝਾਉਣ ਲਈ ਮੈਂ ਸਾਰੀਆਂ ਗੱਲਾਂ ਦੱਸ ਰਿਹਾ। ਫੋਟੋ ਅਪਲੋਡ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਸਿਗਨੇਚਰ ਹੋਣਗੇ ਜੀ ਤੁਸੀਂ ਉਹਨੂੰ ਵੀ ਅਪਲੋਡ ਕਰ ਦਿਓ। ਜਦੋਂ ਇਹ ਸਾਰਾ ਕੁਝ ਤੁਸੀਂ ਫਿਲ ਕਰਤਾ ਇੱਥੇ ਸੇਵ ਦੀ ਆਪਸ਼ਨ ਆਵੇਗੀ, ਸੇਵ ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੁੰਦਾ ਹੈ ਜਿਹਦੇ ਵਿੱਚ ਤੁਹਾਡੇ ਤੋਂ ਕੁਆਲੀਫਿਕੇਸ਼ਨ ਡਿਟੇਲ ਪੁੱਛੀ ਜਾਣੀ ਹੈ। ਕੁਆਲੀਫਿਕੇਸ਼ਨ ਡਿਟੇਲ ਜਦੋਂ ਤੁਹਾਡੇ ਤੋਂ ਪੁੱਛੀ ਜਾਵੇਗੀ ਤੁਹਾਡੇ ਸਾਹਮਣੇ ਆਹ ਵਾਲਾ ਪੇਜ ਓਪਨ ਹੋਵੇਗਾ। ਜਦੋਂ ਤੁਸੀਂ ਆਹ ਵਾਲੇ ਪੇਜ ਤੇ ਓਪਨ ਕਰਦੇ ਹੋ ਤੁਹਾਡੇ ਸਾਹਮਣੇ ਇੱਥੇ ਲਿਖਿਆ ਹੋਵੇਗਾ ਜੀ ਟਾਈਟਲ, ਟਾਈਟਲ ਤੋਂ ਬਾਅਦ ਲਿਖਿਆ ਹੋਵੇਗਾ ਜੀ ਕਲਾਸ ਨੇਮ ਕੁਆਲੀਫਿਕੇਸ਼ਨ, ਫਿਰ ਲਿਖੇ ਹੋਣਗੇ ਜੀ ਸਬਜੈਕਟ, ਫਿਰ ਲਿਖੇ ਹੋਣਗੇ ਜੀ ਮਾਰਕਸ ਓਬਟੇਨਡ, ਮੈਕਸਿਮਮ ਮਾਰਕਸ ਕਿੰਨੇ ਆਏ ਸੀਗੇ ਜੀ, ਮੈਕਸਿਮਮ ਮਾਰਕਸ ਕਿੰਨੇ ਸੀਗੇ ਤੇ ਮੈਕਸਿਮਮ ਮਾਰਕਸ ਦੇ ਵਿੱਚੋਂ ਕਿੰਨੇ ਆਏ ਸੀ, ਪਰਸੈਂਟੇਜ ਆਪਣੇ ਆਪ ਹੀ ਕੈਲਕੂਲੇਟ ਹੋ ਜਾਏਗੀ, ਬੋਰਡ ਯੂਨੀਵਰਸਿਟੀ ਕਿਹੜੀ ਆ ਮੈਂ ਇੱਕ ਵਾਰ ਤੁਹਾਨੂੰ ਦੱਸ ਵੀ ਦੇਣਾ ਸਾਰੀਆਂ ਗੱਲਾਂ ਨੂੰ, ਪਾਸਿੰਗ ਈਅਰ ਕਿਹੜਾ ਸੀਗਾ ਜੀ, ਮੋਡ ਆਫ ਡਿਗਰੀ ਕਿਹੜੀ ਸੀ ਤੇ ਐਕਸ਼ਨ, ਮਤਲਬ ਕਿ ਫਿਰ ਤੁਸੀਂ ਇੱਥੇ ਸੇਵ ਕਰ ਦੇਣਾ ਹੈ। ਜਿਵੇਂ ਕਿ ਪਹਿਲਾਂ ਤੁਸੀਂ ਫਿਲ ਕਰੋਗੇ ਇੱਥੇ 10ਵੀਂ ਦੇ ਨੰਬਰ, 10ਵੀਂ ਤੋਂ ਬਾਅਦ ਤੁਸੀਂ ਕਰੋਗੇ ਜੀ 12ਵੀਂ ਦੇ ਨੰਬਰ, 12ਵੀਂ ਤੋਂ ਬਾਅਦ ਤੁਸੀਂ ਕਰੋਗੇ ਜੀ ਗ੍ਰੈਜੂਏਸ਼ਨ ਦੇ ਨੰਬਰ, ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕਰੋਗੇ ਜੀ ਬੀਐਡ ਦੇ ਨੰਬਰ, ਜਾਂ ਫਿਰ ਤੁਸੀਂ ਜੇਕਰ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਪੋਸਟ ਗ੍ਰੈਜੂਏਸ਼ਨ ਦੇ ਨੰਬਰ ਵੀ ਉਸ ਅਕੋਰਡਿੰਗ ਹੀ ਕ੍ਰੋਨਿਕਲ ਆਰਡਰ ਦੇ ਵਿੱਚ ਤੁਸੀਂ ਇਹਨਾਂ ਨੂੰ ਫਿਲ ਕਰਨਾ ਹੈ। ਜਿਵੇਂ ਕਿ ਮੈਂ ਤਾਂ ਪਹਿਲਾਂ ਹੀ ਫਿਲ ਕੀਤਾ ਹੋਇਆ, ਇਹ ਤਾਂ ਸਮਝਾਉਣ ਲਈ ਤੁਹਾਨੂੰ ਮੈਂ ਦੱਸ ਰਿਹਾ। ਜਿਵੇਂ ਕਿ ਇਹ ਕੁਝ ਡਿਟੇਲਸ ਨੇ, ਜਿਵੇਂ ਕਿ ਮੈਂ ਇੱਥੇ ਪਹਿਲਾਂ 10ਵੀਂ ਦੇ ਨੰਬਰ ਫਿਲ ਕੀਤੇ ਸੀਗੇ ਜੀ, ਜਿਵੇਂ ਕਿ ਨੇਮ ਲਿਖਿਆ ਹੋਇਆ ਕੁਆਲੀਫਿਕੇਸ਼ਨ ਦਾ, ਇੱਥੇ ਆਪਸ਼ਨ ਇਹ ਪਹਿਲਾਂ ਹੀ ਹੋਣੀ ਆ। ਜਿਵੇਂ ਕਿ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਨਾ ਟਾਈਟਲ ਤੇ, ਜਦੋਂ ਤੁਸੀਂ ਟਾਈਟਲ ਤੇ ਕਲਿੱਕ ਕੀਤਾ ਇੱਥੇ ਕੀ ਕੁਝ ਵੇਖਣ ਨੂੰ ਮਿਲੇਗਾ ਤੁਹਾਨੂੰ, SSC 10th ਲਿਖਿਆ ਹੋਊਗਾ, 12th ਲਿਖਿਆ ਹੋਣਾ, UG ਭਾਵ ਅੰਡਰ ਗ੍ਰੈਜੂਏਸ਼ਨ ਲਿਖਿਆ ਹੋਊਗਾ, PG ਲਿਖਿਆ ਹੋਊਗਾ, ਪੋਸਟ ਗ੍ਰੈਜੂਏਸ਼ਨ, ਇੱਥੇ ਐਨੀ ਅਦਰ ਵੀ ਲਿਖਿਆ ਹੋਣਾ। ਠੀਕ ਹੈ ਜੀ, ਇੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਥੋੜਾ ਜਿਹਾ ਹਾਈਡ ਹੋ ਗਿਆ, ਬਟ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਇੱਥੇ ਜਦੋਂ ਲਿਖਿਆ ਹੋਵੇਗਾ ਜਿਵੇਂ SSC 10th, ਮੈਂ ਇੱਥੇ ਲਿਖਤਾ ਜੀ 10ਵੀਂ ਕਲਾਸ ਹੈਗੀ ਆ, ਕਿਹੜੇ ਕਿਹੜੇ ਸਬਜੈਕਟ ਪੜ੍ਹੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਮੈਥ, ਸਾਇੰਸ, ਜਿਹੜੇ ਵੀ ਸਬਜੈਕਟ ਸੀਗੇ 6 ਸਬਜੈਕਟ ਉਹ ਮੈਂ ਸਾਰੇ ਹੀ ਫਿਲ ਕੀਤੇ ਹੋਏ ਆ। ਉਸ ਤੋਂ ਬਾਅਦ ਵੈਸੇ ਮੇਰਾ 10th ਦੇ ਵਿੱਚ ਗ੍ਰੇਡ ਲੱਗਿਆ ਹੋਇਆ ਸੀਗਾ, ਮੇਰਾ ਗ੍ਰੇਡ ਸੀ
6 CGPA, ਕੁਝ ਕਿਉਂਕਿ ਸਟੂਡੈਂਟ ਹੋਣਗੇ ਜਿਨ੍ਹਾਂ ਦਾ CGPA ਲੱਗਿਆ ਹੋਊਗਾ। ਸੋ ਮੈਂ ਇਹਨੂੰ ਕੀ ਕੀਤਾ ਜੀ, ਇਹਨੂੰ ਪਹਿਲਾਂ ਮੈਂ ਪਰਸੈਂਟੇਜ ਦੇ ਵਿੱਚ ਕਨਵਰਟ ਕੀਤਾ। ਪਰਸੈਂਟੇਜ ਦੇ ਵਿੱਚ ਕਨਵਰਟ ਕਰਨ ਤੋਂ ਬਾਅਦ ਇਹਨੂੰ ਮੈਂ 600 ਨੰਬਰਾਂ ਦੇ ਵਿੱਚ ਕਨਵਰਟ ਕਰ ਦਿੱਤਾ ਤੇ ਉਸ ਹਿਸਾਬ ਨਾਲ ਮੈਂ ਬਣਾਏ ਨੰਬਰ 600 ਦੇ ਵਿੱਚੋਂ 376 ਤੇ ਇਸ ਹਿਸਾਬ ਨਾਲ ਪਰਸੈਂਟੇਜ ਕੈਲਕੂਲੇਟ ਕਰ ਲਈ ਹੈ। ਉਸ ਤੋਂ ਬਾਅਦ ਆਪਾਂ 12ਵੀਂ ਦੀ ਜੇਕਰ ਗੱਲ ਕਰਦੇ ਹਾਂ, 12ਵੀਂ ਦੇ ਨੰਬਰਾਂ ਦੇ ਵਿੱਚ ਜੇਕਰ ਆਪਾਂ ਵੇਖੀਏ ਇਹ ਆਏ ਸੀਗੇ ਜੀ 500 ਦੇ ਵਿੱਚੋਂ 351। ਇੱਥੇ ਪਰਸੈਂਟੇਜ ਆਪਣੇ ਆਪ ਕੈਲਕੂਲੇਟ ਹੋ ਜਾਏਗੀ। ਉਸ ਤੋਂ ਬਾਅਦ ਤੁਹਾਡੇ ਤੋਂ ਬੋਰਡ ਪੁੱਛਿਆ ਜਾਏਗਾ, ਜੇਕਰ ਤੁਸੀਂ ਪੰਜਾਬ ਬੋਰਡ ਤੋਂ ਕੀਤੀ ਸੀਗੀ ਇੱਥੇ ਲਿਖ ਦਿਓ PSEB, ਅਦਰਵਾਈਜ਼ ਮੈਂ ਤਾਂ ਇੱਥੇ CBSE ਲਿਖਿਆ ਹੋਇਆ ਕਿਉਂਕਿ ਮੈਂ CBSE ਬੋਰਡ ਤੋਂ ਪਾਸ ਕੀਤੀ ਸੀ। ਉਸ ਤੋਂ ਬਾਅਦ ਅੰਡਰ ਗ੍ਰੈਜੂਏਸ਼ਨ ਭਾਵ ਮੈਂ BA ਕੀਤੀ ਸੀਗੀ। BA ਦੇ ਵਿੱਚ ਕਿਹੜੇ ਸਬਜੈਕਟ ਸੀਗੇ ਜੀ, BA ਇੰਗਲਿਸ਼ ਪੰਜਾਬੀ, ਜਿਓਗ੍ਰਾਫੀ, ਇਕਨੋਮਿਕਸ, ਇੰਗਲਿਸ਼ ਲਿਟਰੇਚਰ। ਆਪਦੇ ਜਿਹੜੇ ਨੰਬਰ ਸੀਗੇ ਜੀ, ਕਿੰਨੇ ਟੋਟਲ ਨੰਬਰ ਆਏ ਸੀਗੇ ਤੇ ਕਿੰਨਿਆਂ ਦੇ ਵਿੱਚੋਂ ਆਏ ਸੀ, ਪਰਸੈਂਟੇਜ ਆਪਣੇ ਆਪ ਕੈਲਕੂਲੇਟ ਹੋ ਜਾਏਗੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਥੇ ਲਿਖਿਆ ਹੋਏਗਾ ਜੀ। ਇਹ ਸਾਰੀਆਂ ਡਿਟੇਲਸ ਫਿਲ ਕਰ ਲੈਣੀਆਂ ਨੇ, ਜਿਵੇਂ ਕਿ ਮੈਂ B.Ed ਦੀ ਵੀ ਕੀਤੀ ਆ। B.Ed ਦੇ ਵਿੱਚ ਮੈਂ ਐਨੀ ਅਦਰ ਲਿਖਿਆ ਹੋਇਆ, ਇੱਥੇ ਲਿਖਤਾ ਸੀਗਾ ਜੀ B.Ed। ਉਸ ਤੋਂ ਬਾਅਦ ਟੀਚਿੰਗ ਆਫ ਇੰਗਲਿਸ਼ ਐਂਡ ਟੀਚਿੰਗ ਆਫ SST, ਕਿਉਂਕਿ ਉੱਥੇ ਬਹੁਤ ਸਾਰੇ ਸਬਜੈਕਟਸ ਹੁੰਦੇ ਨੇ। ਜਿਹੜਾ ਮੇਜਰ ਸਬਜੈਕਟ ਹੈਗਾ ਜੀ ਉਹ ਮੈਂ ਇੱਥੇ ਫਿਲ ਕਰ ਦਿੱਤਾ ਹੈ। ਕਿੰਨੇ ਨੰਬਰ ਆਏ ਸੀਗੇ ਜੀ, 1464 ਆਏ ਸੀਗੇ 1800 ਦੇ ਵਿੱਚੋਂ। ਇਹ ਫਿਲ ਕਰਨ ਤੋਂ ਬਾਅਦ ਪਰਸੈਂਟੇਜ ਆਪਣੇ ਆਪ ਕੈਲਕੂਲੇਟ ਹੋ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਕੀਤੀ ਸੀਗੀ। ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈ ਜੀ। ਜਦੋਂ ਤੁਸੀਂ ਇਹ ਫਿਲ ਕਰ ਲੈਂਦੇ ਹੋ, ਇੱਥੇ ਆਏਗਾ ਜੀ ਨੈਕਸਟ ਜਾਂ ਫਿਰ ਆਏਗਾ ਜੀ ਸੇਵ ਦੀ ਆਪਸ਼ਨ। ਜਦੋਂ ਤੁਸੀਂ ਇਹ ਬਟਨ ਤੇ ਕਲਿੱਕ ਕੀਤਾ ਹੈ, ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੁੰਦਾ ਹੈ ਜਿੱਥੇ ਤੁਹਾਡੇ ਤੋਂ ਪੁੱਛਿਆ ਜਾਏਗਾ ਕਿ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ। ਮੈਂ ਇੱਥੇ ਕਰਤਾ, ਮੈਨੂੰ ਤਾਂ ਕੋਈ ਐਕਸਪੀਰੀਅੰਸ ਹੈ ਨਹੀਂ। ਸੋ ਮੈਂ ਨਾ ਆਹ ਵਾਲੇ ਬਟਨ ਤੇ ਕਲਿੱਕ ਕਰਤਾ। ਕੀ ਕੀਤਾ ਜੀ, ਆਹ ਵਾਲੇ ਬਟਨ ਤੇ ਕਲਿੱਕ ਕਰਤਾ, ਨੋ ਐਕਸਪੀਰੀਅੰਸ। ਜੇਕਰ ਮੰਨ ਲਓ ਤੁਹਾਨੂੰ ਕੋਈ ਐਕਸਪੀਰੀਅੰਸ ਹੈਗਾ ਵਾ, ਫਿਰ ਤੁਸੀਂ ਇੱਥੇ ਨੇਮ ਆਫ ਦਾ ਆਫਿਸ ਜਾਂ ਫਿਰ ਇੰਸਟੀਟਿਊਟ ਦਾ ਨੇਮ ਫਿਲ ਕਰ ਦਿਓ। ਪੋਸਟ ਕਿਹੜੀ ਸੀਗੀ ਇਹ ਫਿਲ ਕਰਿਓ। ਐਡ ਹੌਕ ਸੀਗੇ ਜਾਂ ਫਿਰ ਰੈਗੂਲਰ ਸੀਗੇ ਜੀ, ਉਹ ਇੱਥੇ ਫਿਲ ਕਰ ਦਿਓ। ਕਿੰਨੀ ਡੇਟ ਤੋਂ ਲੈ ਕੇ ਕਿੰਨੀ ਡੇਟ ਤੋਂ ਸੀਗੇ ਜੀ, ਟੋਟਲ ਪੀਰੀਅਡ ਕਿੰਨਾ ਸੀਗਾ ਜੀ, ਸਕੇਲ ਕਿੰਨਾ ਸੀ, ਉੱਥੇ ਸਾਰੀ ਡਿਟੇਲ ਫਿਲ ਕਰਨ ਤੋਂ ਬਾਅਦ ਇੱਥੇ ਸੇਵ ਕਰ ਸਕਦੇ ਹੋ ਜੇਕਰ ਤੁਸੀਂ ਜੌਬ ਕਿਤੇ ਕਰਦੇ ਸੀ। ਜੇਕਰ ਨਹੀਂ ਕਰਦੇ ਸੀ ਫਿਰ ਤੁਸੀਂ ਇੱਥੇ ਨੋ ਐਕਸਪੀਰੀਅੰਸ ਤੇ ਕਲਿੱਕ ਕਰ ਸਕਦੇ ਹੋ। ਜਿਵੇਂ ਕਿ ਚਲੋ ਮੈਂ ਤਾਂ ਕੋਈ ਜੌਬ ਨਹੀਂ ਕਰਦਾ ਸੀ, ਸੋ ਇੱਥੇ ਮੈਂ ਕਰਤਾ ਜੀ ਨੋ ਐਕਸਪੀਰੀਅੰਸ। ਮੈਂ ਤੁਹਾਨੂੰ ਬਸ ਸਮਝਾਉਣ ਲਈ ਇਹ ਫਾਰਮ ਫਿਲ ਕੀਤਾ ਹੈਗਾ, ਠੀਕ ਹੈ ਜੀ। ਹੁਣ ਆਪਾਂ ਵੇਖ ਲੈਂਦੇ ਹਾਂ, ਜਦੋਂ ਤੁਸੀਂ ਨੋ ਐਕਸਪੀਰੀਅੰਸ ਤੇ ਕਲਿੱਕ ਕੀਤਾ ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਏਗਾ, ਆ ਤੁਸੀਂ ਵੇਖ ਰਹੇ ਹੋ ਨਾ ਆਪਸ਼ਨ, ਜਿਹਦੇ ਵਿੱਚ ਤੁਸੀਂ ਐਕਸਪੀਰੀਅੰਸ ਡਿਟੇਲ ਦੇ ਵਿੱਚ ਤੁਸੀਂ ਇਹਨੂੰ ਕੁਝ ਨਹੀਂ ਕਰਨਾ, ਇਹਨੂੰ ਛੱਡ ਦਿਓ ਤੁਸੀਂ। ਇਹਦੇ ਬਾਅਦ ਤੁਹਾਡੇ ਤੋਂ ਇਹ CTET ਦੇ ਮਾਰਕਸ ਪੁੱਛਣਗੇ। ਮਾਰਕਸ ਤਾਂ ਨਹੀਂ ਪੁੱਛਣਗੇ, ਬਸ ਇਹ ਪੁੱਛਣਗੇ ਕਿ ਤੁਹਾਡਾ CTET ਦਾ ਪੇਪਰ ਕਲੀਅਰ ਹੈ। ਇਹ ਤਾਂ ਤੁਸੀਂ ਯੈਸ ਜਾਂ ਫਿਰ ਨੋ ਦੇ ਵਿੱਚ ਜਵਾਬ ਦੇਣਾ। ਜਦੋਂ ਤੁਸੀਂ ਇੱਥੇ ਨੋ ਕਰ ਦਿੰਦੇ ਹੋ, ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਨੇ ਕਹਿ ਦੇਣਾ ਕਿ ਬਈ ਜੇਕਰ ਤੁਹਾਡਾ CTET ਦਾ ਪੇਪਰ ਕਲੀਅਰ ਹੀ ਨਹੀਂ, ਫਿਰ ਤੁਸੀਂ ਇਹ ਪੇਪਰ ਦੇ ਹੀ ਨਹੀਂ ਸਕਦੇ। ਸੋ ਜਿਵੇਂ ਕਿ ਮੈਂ ਪੇਪਰ ਕਲੀਅਰ ਕੀਤਾ ਹੋਇਆ, ਮੈਂ ਇੱਥੇ ਕਰਤਾ ਜੀ ਯੈਸ। ਉਸ ਤੋਂ ਬਾਅਦ ਇਹ ਤੁਹਾਡੇ ਤੋਂ ਪੁੱਛਣਗੇ ਕਿ ਤੁਹਾਡਾ CTET ਦਾ ਜਿਹੜਾ ਰੋਲ ਨੰਬਰ ਹੈਗਾ ਜੀ ਉਹ ਕੀ ਸੀ। ਜਦੋਂ ਤੁਸੀਂ ਆਪਦੇ CTET ਦੇ ਨੰਬਰ ਇੱਥੇ ਫਿਲ ਕਰ ਦੇਣੇ ਹੋ, ਜਿਵੇਂ ਕਿ ਮੈਂ ਇੱਥੇ ਕੀਤੇ ਹੋਏ ਸੀਗੇ, ਇਹ ਮੈਂ ਕਰ ਦਿੱਤੇ ਆ, ਠੀਕ ਹੈ ਜੀ। ਉਸ ਤੋਂ ਬਾਅਦ C ਆਪਸ਼ਨ ਦੇ ਵਿੱਚ ਪੁੱਛਣਗੇ ਵੈਦਰ ਸਰਵਿੰਗ ਇਨ ਸਟੇਟ ਜਾਂ ਫਿਰ ਸੈਂਟਰ ਗਵਰਨਮੈਂਟ ਦੇ ਵਿੱਚ, ਕੀ ਤੁਸੀਂ ਗਵਰਨਮੈਂਟ ਟੀਚਰ ਦੀ ਜੌਬ ਕਰ ਰਹੇ ਹੋ ਜਾਂ ਫਿਰ ਕੋਈ ਵੀ ਕਿਤੇ ਵੀ ਕਰ ਰਹੇ ਹੋ। ਮੈਂ ਇੱਥੇ ਯੈਸ ਕਰਤਾ ਕਿਉਂਕਿ ਮੈਂ ਤਾਂ ਚਲੋ ਕਰ ਹੀ ਰਿਹਾ, ਸੋ ਮੈਂ ਇੱਥੇ ਯੈਸ ਕਰ ਦਿੱਤਾ ਹੈ। ਇਸ ਤੋਂ ਬਾਅਦ ਇਹ ਤੁਹਾਡੇ ਤੋਂ ਡਿਕਲੇਰੇਸ਼ਨ ਲੈਣਗੇ ਕਿ ਹਾਂ ਵੀ ਜੋ ਕੁਝ ਵੀ ਮੈਂ ਇੱਥੇ ਤੁਹਾਨੂੰ ਦੱਸਿਆ ਹੈਗਾ ਜੀ ਇਹ ਸਾਰੀ ਹੀ ਡਿਟੇਲ ਸਹੀ ਹੈ। ਜੇਕਰ ਮੈਂ ਕੋਈ ਵੀ ਗਲਤ ਕੰਮ ਫੜਿਆ ਜਾਂਦਾ ਜੀ, ਮੇਰੇ ਤੇ ਕਾਰਵਾਈ ਕੀਤੀ ਜਾਵੇ, ਮੇਰੇ ਤੇ ਕ੍ਰਿਮੀਨਲ ਜਿਹੜੇ ਚਾਰजेस ਨੇ ਜੀ ਉਹ ਲਗਾਏ ਜਾਣ। ਜੋ ਵੀ ਕੁਝ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਇਆ ਹੈਗਾ ਜੀ, ਜੇਕਰ ਗਲਤ ਪਾਇਆ ਜਾਂਦਾ ਹੈਗਾ ਤੇ ਮੇਰੀ ਕੈਂਡੀਡੇਚਰ ਹੈਗੀ ਆ ਉਹ ਕੈਂਸਲ ਕੀਤੀ ਜਾਵੇ। ਤੁਹਾਨੂੰ ਪਤਾ ਹੀ ਆ ਬਾਕੀ ਇਹਦੇ ਵਿੱਚ ਕਿਹੜੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ, ਤੁਸੀਂ ਫਿਰ ਵੀ ਧਿਆਨ ਨਾਲ ਪੜ੍ਹ ਲਿਓ। ਇਹ ਜਦੋਂ ਤੁਸੀਂ ਡਿਕਲੇਰੇਸ਼ਨ ਪੜ੍ਹ ਲੈਂਦੇ ਹੋ, ਇੱਥੇ ਤੁਸੀਂ ਟਿਕ ਕਰੋਗੇ, ਠੀਕ ਹੈ ਜੀ। ਇੱਥੇ ਜਦੋਂ ਤੁਸੀਂ ਟਿਕ ਕਰ ਲਿਆ ਜੀ, ਉਸ ਤੋਂ ਬਾਅਦ ਤੁਹਾਡੇ ਤੋਂ ਕਹਿਣਗੇ ਜੀ ਕਿ ਹਾਂ ਵੀ ਸਬਮਿਟ ਐਪਲੀਕੇਸ਼ਨ ਜਾਂ ਫਿਰ ਵਿਊ ਫਿਲਡ ਡਿਟੇਲਸ। ਜੇ ਤੁਹਾਨੂੰ ਲੱਗਦਾ ਹੈਗਾ ਕਿ ਆਪਾਂ ਕੋਈ ਇਨਫੋਰਮੇਸ਼ਨ ਗਲਤ ਤਾਂ ਨਹੀਂ ਫਿਲ ਕੀਤੀ, ਫਿਰ ਤੁਸੀਂ ਵਿਊ ਫਿਲਡ ਡਿਟੇਲਸ ਤੇ ਕਲਿੱਕ ਕਰਿਓ। ਅਦਰਵਾਈਜ਼ ਸਬਮਿਟ ਐਪਲੀਕੇਸ਼ਨ ਤੇ ਤੁਸੀਂ ਕਲਿੱਕ ਕਰ ਦਿਓ। ਸਬਮਿਟ ਐਪਲੀਕੇਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਿਰਫ ਪੇਮੈਂਟ ਦੀ ਆਪਸ਼ਨ ਆਵੇਗੀ। ਜਿਵੇਂ ਕਿ ਆ ਤੁਸੀਂ ਵੇਖ ਸਕਦੇ ਹੋ, ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਜਿਹੜਾ ਪੇਜ ਹੈਗਾ ਜੀ ਇਹ ਓਪਨ ਹੋਵੇਗਾ, ਜਿੱਥੇ ਲਿਖਿਆ ਹੋਏਗਾ ਜੀ ਕਲਿੱਕ ਹੇਅਰ ਟੂ ਪੇ ਰਜਿਸਟ੍ਰੇਸ਼ਨ ਫੀ 1000 ਰੁਪੀਜ਼। ਜੇਕਰ ਕੋਈ ਕੈਟੇਗਰੀ ਵਾਲਾ ਸਟੂਡੈਂਟ ਹੈਗਾ ਜੀ, ਉਹਦੀ ਫੀਸ ਲੱਗੇਗੀ 500 ਰੁਪਈਆ। ਅਦਰਵਾਈਜ਼ ਜਿਹੜੇ ਹੋਰ ਕੈਟੇਗਰੀ ਵਾਲੇ ਸਟੂਡੈਂਟ ਹੋਣਗੇ ਜੀ, ਜਨਰਲ ਕੈਟੇਗਰੀ ਦੇ, ਉਹਨਾਂ ਦੀ ਫੀਸ ਹੋਏਗੀ 1000 ਰੁਪੀਜ਼। ਸੋ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ, ਪੇਮੈਂਟ ਗੇਟਵੇ ਓਪਨ ਹੋ ਜਾਵੇਗਾ। ਉੱਥੇ ਤੁਸੀਂ ਆਪਦੀ ਪੇਮੈਂਟ ਕਰਨ ਤੋਂ ਬਾਅਦ ਇਹ ਜਿਹੜਾ ਫਾਰਮ ਹੋਏਗਾ ਜੀ, ਤੁਸੀਂ ਇਹਨੂੰ ਪ੍ਰਿੰਟ ਆਊਟ ਕਰਕੇ ਰੱਖ ਸਕਦੇ ਹੋ ਜਾਂ ਫਿਰ PDF ਬਣਾ ਕੇ ਵੀ ਰੱਖ ਸਕਦੇ ਹੋ। ਸੋ ਦੋਸਤੋ, ਉਮੀਦ ਮੈਂ ਇਹੀ ਕਰੂੰਗਾ ਕਿ ਤੁਸੀਂ ਇਹ ਜਿਹੜੀ ਵੀਡੀਓ ਹੈਗੀ ਆ ਤੁਸੀਂ ਕੰਪਲੀਟਲੀ ਵੇਖੀ ਹੋਏਗੀ। ਜੇਕਰ ਤੁਸੀਂ ਇਹ ਵੀਡੀਓ ਐਂਡ ਤੱਕ ਵੇਖ ਰਹੇ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਹ ਜਿਹੜਾ ਫਾਰਮ ਹੈਗਾ ਜੀ ਫਿਲ ਨਹੀਂ ਕਰ ਸਕਦੇ। ਤੁਸੀਂ ਆਪ ਹੀ ਆਪਦੇ ਫੋਨ ਤੋਂ ਜਾਂ ਫਿਰ ਆਪਦੇ ਲੈਪਟਾਪ ਤੋਂ ਇਹ ਜਿਹੜਾ ਫਾਰਮ ਹੈਗਾ ਜੀ ਇਹ ਆਰਾਮ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਫਿਲ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਜੇਕਰ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਤੁਸੀਂ ਲਾਈਕ ਬਟਨ ਦੇ ਨਾਲ ਜਿਹੜਾ ਸਬਸਕ੍ਰਾਈਬ ਵਾਲਾ ਲਾਲ ਬਟਨ ਹੈਗਾ ਜੀ ਉਹਨੂੰ ਵੀ ਤੁਸੀਂ ਜ਼ਰੂਰ ਪ੍ਰੈਸ ਕਰ ਲਿਓ। ਇਸ ਦੇ ਨਾਲ ਹੀ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।